परमेश्वर की हज़ूरी विच बैठे सारे भैन भरावां नूं प्यार भरी जय मसीह दी। अज आपां सवेर दे समय विच परमेश्वर की हज़ूरी विच इकट्ठे होए हां। आओ अज दे खास दिन दी किरपा दे लई परमेश्वर जी अगे प्रार्थना करिए। हालेलुया हालेलुया हालेलुया। धन्नवाद 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 पिता परमेश्वर। प्रभु यीशु मसीह नाम असीं तुहाडा धन्नवाद करदे हां। तुहाडी हज़ूरी अगे झुकदे आ मेरे प्रभु जी। तुहाडे नाम नूं महिमा ते वडियाई दिंदे आ प्रभु। तुहाडा धन्नवाद करदे आ अज दे सुंदर समय दे लई मेरे पिता। अज दा जो खास समा तुसीं सानूं दित्ता मेरे प्रभु जी। तुहाडा पवित्र वचन मेरे पिता तुसीं साडी जिंदगियां दे विच उतारिआ मेरे पिता। तुहाडा धन्नवाद करदे आ प्रभु जी। रात दे समय तुसीं सानूं संभाल के रखिआ पिता। असीं अपने दिन दे हर एक पल नूं तुहाडे ताकतवर हत्थां विच सौंप दिंदे आ मेरे प्रभु जी। असीं विश्वास करदे मेरे पिता कि तुसीं दिन दे वेले भी सानूं संभाल के रखोगे पिता। अज असीं अपने दिन दी शुरुआत तुहाडे पाक वचन दे नाल करन जा रहे हैं मेरे पिता। साडी मदद करना मेरे प्रभु जी कि तुहाडा दित्ता होया है पाक वचन साडे हिरदिਆਂ दे अंदर जमा हो जाए और असीं तुहाडी आशीष ते बरकत नाल भर जाइए और कोई भी शैतान दी शक्ति इस पवित्र समय नूं साडे कोलों चुरा ना पावे। असीं ये मंगदे हां साडे प्रभु यीशु मसीह जी दे नाम विच आमीन। जिद्दां आपां सारिਆਂ ने इस होली वीक दे डेज़ विच आपां बहुत सारियां गल्लां नूं जाणिआ कि परमेश्वर ने अपने इस धरती दे उत्ते आखिरी समय नूं किस तरह बतीत कीता और उन्हां ने की नॉलेज आपां नूं दित्ती, किहड़ियां गल्लां बारे उन्हां ने आपां नूं संदेश दित्ता। ते अज आपां होली वीक दे लास्ट डे बारे जाणांगे कि अज दे दिन परमेश्वर जी ने आपां नूं की खास वचन दित्ता। ते ओह आपां जानन दे लई पढ़ांगे यूहन्ना 20 ओहदी 1 और 2 आयत नूं। हफ्ते दे पहले दिन मरियम मगदलीनी तड़के जदों हनेरा सी कबर उत्ते आई और पत्थर नूं कबर उत्तों सरकाया होया वेख्या तां ओह शमौन पतरस अते उस दूजे चेले दे कोल जिहनूं यीशु ते करदा सी भज आई अते उन्हां नूं आख्या प्रभु नूं कबर विचों कढ लै गए अते सानूं नहीं पता भई उस नूं कित्थे रखिया है। हालेलुया। आपां वचन चों देखदे हां कि हफ्ते दे पहले दिन ਹੁਣ ਦੇ ਸਮੇਂ ਦੇ ਹਿਸਾਬ ਨਾਲ ਆਪਾਂ ਦੇਖਦੇ ਹਾਂ ਕਿ ਹਫਤੇ ਦਾ ਪਹਿਲਾ ਦਿਨ ਆਪਾਂ ਸੋਮਵਾਰ ਨੂੰ ਕਹਿੰਦੇ ਆ, ਪਰ ਉਸ ਸਮੇਂ ਦੇ ਵਿੱਚ ਹਫਤੇ ਦੇ ਪਹਿਲੇ ਦਿਨ ਨੂੰ ਐਤਵਾਰ ਬੋਲਿਆ ਜਾਂਦਾ ਸੀ। ਔਰ ਉਹ ਜਦ ਐਤਵਾਰ ਵਾਲੇ ਦਿਨ ਹਨੇਰੇ ਦੇ ਸਮੇਂ ਆਈਆਂ ਤਾਂ ਉਹਨਾਂ ਨੇ ਕੀ ਵੇਖਿਆ ਕਿ ਕਬਰ ਉੱਤੋਂ ਕੀ ਸੀਗਾ, ਪੱਥਰ ਸੀ ਜਿਹੜਾ ਸਰਕਾਇਆ ਹੋਇਆ ਸੀਗਾ। ਔਰ ਉਹਨਾਂ ਨੇ ਦੇਖਿਆ ਕਿ ਕਬਰ ਦੇ ਵਿੱਚ ਪ੍ਰਭੂ ਜੀ ਨਹੀਂ ਸੀਗੇ ਔਰ ਉਹਨਾਂ ਨੇ ਜਾ ਕੇ ਇਹ ਸਾਰੀ ਵਾਰਤਾ ਉਹਨਾਂ ਦੇ ਚੇਲਿਆਂ ਨੂੰ ਦੱਸੀ। ਅਤੇ ਜਦ ਉਹ ਚੇਲੇ ਭੱਜ ਕੇ ਕਬਰ ਕੋਲ ਆਏ ਤੇ ਆਪਾਂ ਦੇਖਾਂਗੇ ਇਸ ਤੋਂ ਅੱਗੇ ਕੀ ਹੋਇਆ। ਆਪਾਂ ਇਹ ਜਾਣਨ ਲਈ ਪੜਾਂਗੇ यूहन्ना 20 ਉਹਦੀ 6, 7 ਔਰ 8 ਆਇਤ ਨੂੰ। ਤਦ ਸ਼ਮੌਨ ਪਤਰਸ ਵੀ ਉਹਦੇ ਮਗਰੋਂ ਆ ਪੁੱਜਿਆ ਅਤੇ ਕਬਰ ਦੇ ਅੰਦਰ ਜਾ ਕੇ ਕੀ ਵੇਖਦਾ ਹੈ ਜੋ ਕਤਾਨੀ ਕੱਪੜੇ ਪਏ ਹੋਏ ਹਨ ਅਤੇ ਉਹ ਰੁਮਾਲ ਜਿਹੜਾ ਉਸ ਦੇ ਸਿਰ ਉੱਤੇ ਬੱਧਾ ਹੋਇਆ ਸੀ ਉਹਨਾਂ ਕਤਾਨੀ ਕੱਪੜਿਆਂ ਦੇ ਨਾਲ ਹੈ ਨਹੀਂ ਸੀ, ਪਰ ਵਲੇਟਿਆ ਹੋਇਆ ਇੱਕ ਥਾਂ ਵੱਖਰਾ ਪਿਆ ਹੈ। ਸੋ ਤਦ ਉਹ ਦੂਆ ਚੇਲਾ ਵੀ ਜੋ ਕਬਰ ਉੱਤੇ ਪਹਿਲਾਂ ਆਇਆ ਸੀ ਅੰਦਰ ਗਿਆ ਔਰ ਵੇਖ ਕੇ ਪ੍ਰਤੀਤ ਕੀਤੀ। ਹਾਲੇਲੂਇਆ। ਆਪਾਂ ਵਚਨ 'ਚੋਂ ਕੀ ਦੇਖਦੇ ਹਾਂ ਕਿ ਉਹਨਾਂ ਨੇ ਕਬਰ ਦੇ ਉੱਤੇ ਆ ਕੇ ਪਹਿਲਾਂ ਕਬਰ ਨੂੰ ਚੈੱਕ ਕੀਤਾ ਕਿ ਜੋ ਉਹ ਕਹਿ ਰਹੀਆਂ ਕਿ ਉੱਦਾਂ ਸੱਚੀ ਹੈਗਾ। ਅਤੇ ਉਹਨਾਂ ਨੇ ਕੀ ਦੇਖਿਆ ਕਿ ਜਿਹੜੇ ਕੱਪੜੇ ਦੇ ਵਿੱਚ ਪ੍ਰਭੂ ਜੀ ਨੂੰ ਵਲੇਟਿਆ ਹੋਇਆ ਸੀਗਾ ਉਹਨਾਂ ਨੂੰ ਜਦੋਂ ਆਪਾਂ ਦੇਖਦੇ ਯੂਸਫ ਨੇ ਉਹਨਾਂ ਨੂੰ ਇੱਕ ਮਹੀਨ ਕੱਪੜੇ ਦੇ ਵਿੱਚ ਵਲੇਟਿਆ ਸੀ ਔਰ ਉਹ ਕੱਪੜਾ ਕੀ ਸੀ ਕਬਰ ਦੇ ਵਿੱਚ ਹੀ ਪਿਆ ਹੋਇਆ ਸੀਗਾ, ਪਰ ਪ੍ਰਭੂ ਜੀ ਦੀ ਲੋਥ ਉਸ ਜਗ੍ਹਾ 'ਤੇ ਨਹੀਂ ਹੈਗੀ ਸੀ। ਫਿਰ ਆਪਾਂ ਵਚਨ 'ਚ ਦੇਖਾਂਗੇ यूहन्ना 20 ਉਹਦੀ 11, 12 ਔਰ 13 ਆਇਤ ਨੂੰ। ਪਰ ਮਰੀਅਮ ਬਾਹਰ ਕਬਰ ਉੱਤੇ ਰੋਂਦੀ ਖੜੀ ਸੀ। ਸੋ ਰੋਂਦੀ ਰੋਂਦੀ ਉਸਨੇ ਨਿਉ ਕੇ ਕਬਰ ਵਿੱਚ ਝਾਤ ਮਾਰੀ ਤਾਂ ਕੀ ਵੇਖਦੀ ਹੈ ਜੋ 2 ਦੂਤ ਚਿੱਟਾ ਪਹਿਰਾਵਾ ਪਹਿਨੇ ਹੋਏ ਇੱਕ ਸਿਰਹਾਣੇ ਅਤੇ ਦੂਜਾ ਪੁਆਂਦੀ ਜਿੱਥੇ ਯਿਸੂ ਦੀ ਲੋਥ ਪਈ ਸੀ ਬੈਠੇ ਹਨ ਅਤੇ ਉਹਨਾਂ ਉਸ ਨੂੰ ਆਖਿਆ ਹੇ ਬੀਬੀ ਤੂੰ ਕਿਉਂ ਰੋਂਦੀ ਹੈ। ਉਸ ਨੇ ਉਹਨਾਂ ਨੂੰ ਆਖਿਆ ਇਸ ਲਈ ਜੋ ਮੇਰੇ ਪ੍ਰਭੂ ਨੂੰ ਲੈ ਗਏ ਔਰ ਮੈਨੂੰ ਨਹੀਂ ਪਤਾ ਜੋ ਉਸ ਨੂੰ ਕਿੱਥੇ ਰੱਖਿਆ ਹੈ। ਹਾਲੇਲੂਇਆ। ਜਦੋਂ ਉਹ ਚੇਲੇ ਉਸ ਜਗ੍ਹਾ ਤੋਂ ਵਾਪਸ ਚਲੇ ਗਏ ਪਰ ਜੋ ਮਰੀਅਮ ਸੀਗੀ ਉਸੇ ਜਗ੍ਹਾ 'ਤੇ ਬੈਠੀ ਰਹੀ ਔਰ ਉਹ ਰੋ ਰਹੀ ਸੀ ਇਸ ਗੱਲ ਨੂੰ ਸੋਚ ਕੇ ਕਿ ਪ੍ਰਭੂ ਜੀ ਨੂੰ ਕਿੱਥੇ ਲੈ ਗਏ। ਤਾਂ ਜਦ ਉਹਨੇ ਅੰਦਰ ਝਾਤ ਮਾਰ ਕੇ ਦੇਖਿਆ ਤਾਂ 2 ਦੂਤ ਬੈਠੇ ਹੋਏ ਸੀ ਜਿਨ੍ਹਾਂ ਨੇ ਚਿੱਟਾ ਪਹਿਰਾਵਾ ਪਾਇਆ ਸੀ ਔਰ ਉਹਨੇ ਉਹਨਾਂ ਨੂੰ ਪੁੱਛਿਆ ਕਿ ਪਤਾ ਨਹੀਂ ਮੇਰੇ ਪ੍ਰਭੂ ਜੀ ਨੂੰ ਕਿੱਥੇ ਲੈ ਗਏ ਆ, ਔਰ ਉਹ ਰੋ ਰਹੀ ਸੀ ਉਸ ਜਗ੍ਹਾ 'ਤੇ ਬੈਠੀ ਹੋਈ। ਨੈਕਸਟ ਆਪਾਂ ਵਚਨ 'ਚ ਦੇਖਾਂਗੇ यूहन्ना 20 ਉਹਦੀ 14 ਔਰ 15 ਆਇਤ ਨੂੰ। ਇਹ ਕਹਿ ਕੇ ਉਹ ਪਿੱਛੋਂ ਮੁੜੀ ਅਤੇ ਯਿਸੂ ਨੂੰ ਖਲੋਤਾ ਵੇਖਿਆ ਔਰ ਨਾ ਸਿਆਤਾ ਭਾਈ ਇਹ ਯਿਸੂ ਹੈ। ਯਿਸੂ ਨੇ ਉਹਨੂੰ ਕਿਹਾ ਹੇ ਬੀਬੀ ਤੂੰ ਕਿਉਂ ਰੋਂਦੀ ਹੈ, ਕਿਹਨੂੰ ਭਾਲਦੀ ਹੈ।
ਉਸ ਨੇ ਇਹ ਜਾਣ ਕੇ ਕਿ ਉਹ ਬਾਗਵਾਨ ਹੈ ਉਹਨੂੰ ਆਖਿਆ, ਮਹਾਰਾਜ ਜੇ ਉਹਨੂੰ ਤੂੰ ਲੈ ਗਿਆ ਤਾਂ ਮੈਨੂੰ ਦੱਸ, ਭਈ ਤੈਂ ਉਹਨੂੰ ਕਿੱਥੇ ਰੱਖਿਆ ਹੈ ਅਤੇ ਮੈਂ ਉਸ ਨੂੰ ਲੈ ਜਾਵਾਂਗੀ। ਹਾਲੇਲੂਇਆ। ਮਰੀਅਮ ਸੀ ਜਿਹੜੀ ਉੱਥੇ ਬੈਠੀ ਰੋ ਰਹੀ ਸੀ, ਪਰ ਉਹਨੂੰ ਕੀ ਸੀਗਾ, ਖਿਆਲ ਨਹੀਂ ਸੀ। ਉਹਨਾਂ ਸਾਰੇ ਕਿ ਉਹ ਵਚਨ ਨੂੰ ਭੁੱਲੇ ਬੈਠੇ ਸੀਗੇ ਕਿ ਪ੍ਰਭੂ ਜੀ ਨੇ ਕਿਹਾ ਸੀ ਕਿ ਮੈਂ ਤੀਜੇ ਦਿਨ ਬਾਅਦ ਜ਼ਿੰਦਾ ਹੋ ਜਾਵਾਂਗਾ। ਪਰ ਉਹਨਾਂ ਨੇ ਇਸ ਗੱਲ ਨੂੰ ਸਮਝਿਆ ਨਾ, ਕਿਉਂਕਿ ਪਰਮੇਸ਼ਰ ਕੀ ਸੀ, ਦ੍ਰਿਸ਼ਟਾਂਤਾਂ ਦੇ ਨਾਲ ਪ੍ਰਭੂ ਜੀ ਉਹਨਾਂ ਦੇ ਨਾਲ ਗੱਲ ਕਰਦੇ ਸੀਗੇ ਔਰ ਉਹਨਾਂ ਨੂੰ ਇਸ ਚੀਜ਼ ਦੀ ਸਮਝ ਨਾ ਆਈ ਕਿ ਪਰਮੇਸ਼ਰ ਨੇ ਸਾਨੂੰ ਕੀ ਕਿਹਾ ਸੀਗਾ। ਇਸ ਲਈ ਉਹ ਰੋ ਰਹੀ ਸੀ ਔਰ ਉਹਨਾਂ ਨੂੰ ਲੱਭ ਰਹੀ ਸੀ ਔਰ ਉਹਨਾਂ ਨੇ ਯਿਸੂ ਮਸੀਹ ਜੀ ਨੂੰ ਵੇਖ ਕੇ ਵੀ ਨਾ ਸਿਆਣਿਆ। ਉਹਨੂੰ ਲੱਗਿਆ ਕਿ ਸ਼ਾਇਦ ਇਹ ਕੋਈ ਹੋਰ ਆ, ਤਾਂ ਉਹਨੂੰ ਕਹਿੰਦੀ ਕਿ ਸ਼ਾਇਦ ਤੁਸੀਂ ਲੈ ਗਏ ਆ। ਅਗਰ ਤੁਸੀਂ ਲੈ ਗਏ ਆ ਤਾਂ ਮੈਨੂੰ ਦੱਸੋ ਤੁਸੀਂ ਉਹਨਾਂ ਨੂੰ ਕਿੱਥੇ ਰੱਖਿਆ ਆ। ਨੈਕਸਟ ਆਪਾਂ ਵਚਨ 'ਚ ਦੇਖਾਂਗੇ ਯੋਹੰਨਾ 20 ਉਹਦੀ 16, 17 ਔਰ 18 ਆਇਤ ਨੂੰ। ਯਿਸੂ ਨੇ ਉਹਨੂੰ ਆਖਿਆ, ਹੇ ਮਰੀਅਮ। ਉਸ ਨੇ ਫਿਰ ਕੇ ਉਹਨੂੰ ਇਬਰਾਨੀ ਭਾਖਾ ਵਿੱਚ ਕਿਹਾ, ਹੇ ਰਬੋਨੀ, ਅਰਥਾਤ ਹੇ ਗੁਰੂ। ਯਿਸੂ ਨੇ ਉਹਨੂੰ ਆਖਿਆ, ਮੈਨੂੰ ਨਾ ਛੂਹ, ਕਿਉਂ ਜੋ ਮੈਂ ਅਜੇ ਪਿਤਾ ਦੇ ਕੋਲ ਉੱਪਰ ਨਹੀਂ ਗਿਆ, ਪਰ ਮੇਰੇ ਭਰਾਵਾਂ ਕੋਲ ਜਾ ਔਰ ਉਹਨਾਂ ਨੂੰ ਆਖ, ਭਾਈ ਮੈਂ ਉੱਪਰ ਆਪਣੇ ਪਿਤਾ ਔਰ ਤੁਹਾਡੇ ਪਿਤਾ, ਆਪਣੇ ਪਰਮੇਸ਼ਰ ਔਰ ਤੁਹਾਡੇ ਪਰਮੇਸ਼ਰ ਕੋਲ ਜਾਂਦਾ ਹਾਂ। ਤਦ ਮਰੀਅਮ ਮਗਦਲੀਨੀ ਆਈ ਅਤੇ ਚੇਲਿਆਂ ਨੂੰ ਕਿਹਾ, ਮੈਂ ਪ੍ਰਭੂ ਨੂੰ ਵੇਖਿਆ। ਹਾਲੇਲੂਇਆ। ਜਦੋਂ ਪਰਮੇਸ਼ਰ ਨੂੰ ਉਹਨੇ ਨਾ ਸਿਆਣਿਆ ਤਾਂ ਪਰਮੇਸ਼ਰ ਜੀ ਨੇ ਕੀ ਕਿਹਾ, ਉਹਨੂੰ ਕਿਹਾ, ਹੇ ਮਰੀਅਮ। ਪ੍ਰਭੂ ਜੀ ਨੂੰ ਪਤਾ ਸੀ ਕਿ ਮੈਨੂੰ ਨਹੀਂ ਸਮਝ ਰਹੇ, ਮੈਨੂੰ ਨਹੀਂ ਸਿਆਣ ਰਹੇ, ਤਾਂ ਫਿਰ ਉਹਨਾਂ ਨੇ ਉਸੇ ਤਰੀਕੇ ਨਾਲ ਉਹਨੂੰ ਬੁਲਾਇਆ ਜਿੱਦਾਂ ਉਹ ਪਹਿਲਾਂ ਬੁਲਾਉਂਦੇ ਸੀ। ਅਤੇ ਫਿਰ ਉਹਨੇ ਪਛਾਣ ਲਿਆ ਮਰੀਅਮ ਨੇ, ਅਤੇ ਉਹਨੇ ਕਿਹਾ, ਹੇ ਰਬੋਨੀ, ਮਤਲਬ ਹੇ ਗੁਰੂ। ਅਤੇ ਫਿਰ ਉਹਨੇ ਕੀ ਕਿਹਾ, ਪ੍ਰਭੂ ਜੀ ਨੇ ਉਹਨੂੰ ਕਿਹਾ ਵੀ ਤੁਸੀਂ ਉਹਨੂੰ ਦੱਸੋ ਜਾ ਕੇ ਆਪਣੇ ਚੇਲਿਆਂ ਨੂੰ ਕਿ ਮੈਂ ਉੱਪਰ ਜਾਣਾ ਆਪਣੇ ਪਿਤਾ ਕੋਲ, ਜਿਹੜਾ ਮੇਰਾ ਵੀ ਪਿਤਾ ਔਰ ਤੁਹਾਡਾ ਵੀ ਪਿਤਾ ਆ। ਮੈਂ ਆਪਣੇ ਪਰਮੇਸ਼ਰ ਕੋਲ ਜਾਣਾ, ਜਿਹੜਾ ਮੇਰਾ ਵੀ ਪਰਮੇਸ਼ਰ ਔਰ ਤੁਹਾਡਾ ਵੀ ਪਰਮੇਸ਼ਰ ਆ। ਉਹਨਾਂ ਨੇ ਉਹਦੇ ਨਾਲ ਗੱਲ ਵੀ ਕੀਤੀ ਅਤੇ ਇਸ ਤੋਂ ਉਹਨੂੰ ਪੂਰਾ ਕਨਫਰਮ ਹੋ ਗਿਆ ਕਿ ਮੈਂ ਸ਼ੋਰ ਹਾਂ ਕਿ ਇਹ ਕੋਈ ਹੋਰ ਨਹੀਂ ਹੈਗਾ, ਇਹ ਯਿਸੂ ਮਸੀਹ ਆ ਔਰ ਉਹ ਜ਼ਿੰਦਾ ਹੋ ਗਿਆ। ਪਰ ਕਈਆਂ ਦੇ ਮਨ 'ਚ ਇਹ ਵੀ ਖਿਆਲ ਆਉਂਦਾ ਆ ਕਿ ਅਗਰ ਪ੍ਰਭੂ ਜੀ ਮਰ ਹੀ ਗਏ ਸੀ ਤਾਂ ਫਿਰ ਉਹ ਦੁਬਾਰਾ ਜ਼ਿੰਦਾ ਕਿਉਂ ਹੋਏ। ਉਹਨਾਂ ਨੇ ਸਾਡੇ ਪਾਪਾਂ ਦੇ ਲਈ ਮਰਨਾ ਤਾਂ ਜ਼ਰੂਰੀ ਸੀ, ਪਰ ਉਹਨਾਂ ਦਾ ਜ਼ਿੰਦਾ ਹੋਣਾ ਕਿਉਂ ਜ਼ਰੂਰੀ ਸੀਗਾ। ਉਹ ਆਪਾਂ ਕੱਲ੍ਹ ਸ਼ਾਮ ਦੀ ਪ੍ਰੇਅਰ ਵਿੱਚੋਂ ਵੀ ਸਿੱਖਿਆ, ਪਰ ਆਪਾਂ ਅੱਜ ਵੀ ਜਾਣਾਂਗੇ ਕਿ ਪ੍ਰਭੂ ਜੀ ਜ਼ਿੰਦਾ ਕਿਉਂ ਹੋਏ। ਕਿਉਂਕਿ ਉਸ ਤੋਂ ਪਹਿਲਾਂ ਕੀ ਸੀ, ਲੋਕਾਂ ਨੇ ਕੁਛ ਮੂਰਤੀਆਂ ਬਣਾਈਆਂ ਹੋਈਆਂ ਸੀ, ਕੁਛ ਦੇਵੀ ਦੇਵਤੇ ਬਣਾਏ ਹੋਏ ਸੀ ਜਿਹੜੇ ਮੁਰਦਾ ਸੀਗੇ, ਜਿਹੜੇ ਮਰ ਚੁੱਕੇ ਸੀ, ਔਰ ਉਹਨਾਂ ਅੱਗੇ ਉਹ ਆਪਣੀਆਂ ਪ੍ਰਾਰਥਨਾ ਰੱਖਦੇ ਸੀਗੇ। ਪਰ ਉਹ ਕੀ ਪ੍ਰਾਰਥਨਾਵਾਂ ਉਹਨਾਂ ਦੀਆਂ ਵਿਅਰਥ ਸੀਗੀਆਂ, ਕਿਉਂਕਿ ਜਿਹੜੇ ਮੁਰਦੇ ਸੀ ਨਾ, ਉਹ ਨਾ ਤਾਂ ਕਿਸੇ ਦੇ ਲਈ ਸਿਫਾਰਿਸ਼ ਕਰ ਸਕਦੇ ਸੀ ਔਰ ਨਾ ਕਿਸੇ ਦੀ ਪ੍ਰਾਰਥਨਾ ਨੂੰ ਸੁਣ ਸਕਦੇ ਸੀ ਔਰ ਨਾ ਹੀ ਉਹਨਾਂ ਪ੍ਰਾਰਥਨਾ ਦਾ ਕੋਈ ਉੱਤਰ ਦੇ ਸਕਦੇ ਸੀਗੇ। ਇਸ ਲਈ ਕੀ ਚਾਹੀਦਾ ਸੀ, ਉਸ ਵੇਲੇ ਦੇ ਲੋਕਾਂ ਨੂੰ ਕੋਈ ਜ਼ਿੰਦਾ ਪਰਮੇਸ਼ਰ ਚਾਹੀਦਾ ਸੀ, ਜਿਹੜਾ ਜ਼ਿੰਦਾ ਹੋਵੇ ਔਰ ਪਰਮੇਸ਼ਰ ਜੀ ਦੇ ਕੋਲ ਹੋਵੇ, ਸਵਰਗ ਰਾਜ ਵਿੱਚ ਬੈਠ ਕੇ ਉਹਨਾਂ ਦੀਆਂ ਪ੍ਰਾਰਥਨਾਵਾਂ ਨੂੰ ਸੁਣੇ ਔਰ ਉਹਦਾ ਉੱਤਰ ਦੇਵੇ। ਇਸ ਲਈ ਪ੍ਰਭੂ ਜੀ ਸਾਡੇ ਲਈ ਜ਼ਿੰਦਾ ਹੋਏ, ਉਹਨਾਂ ਨੇ ਸਾਡੇ ਲਈ ਆਪਣੀ ਜ਼ਿੰਦਗੀ ਦਿੱਤੀ ਕਿ ਅਸੀਂ ਨਾਸ਼ ਨਾ ਕੀਤੇ ਜਾਈਏ ਔਰ ਸਾਡੇ ਪਾਪ ਮਾਫ਼ ਕੀਤੇ ਜਾਣ, ਔਰ ਉਹ ਸਾਡੇ ਲਈ ਜ਼ਿੰਦਾ ਹੋਏ ਤਾਂ ਕਿ ਉਹ ਪਿਤਾ ਪਰਮੇਸ਼ਰ ਕੋਲ ਜਾ ਕੇ ਸਾਡੇ ਉਹਨਾਂ ਸਾਰੇ ਗੁਨਾਹਾਂ ਤੋਂ, ਉਹਨਾਂ ਸਾਰੇ ਪਾਪਾਂ ਤੋਂ ਸਾਡੇ ਲਈ ਉਹਨਾਂ ਦੇ ਅੱਗੇ ਪ੍ਰਾਰਥਨਾ ਕਰਨ, ਤਾਂ ਕਿ ਉਹ ਸਾਨੂੰ ਸੱਚਾ ਸਹਾਇਕ ਭੇਜਣ ਔਰ ਅਸੀਂ ਇਹਨਾਂ ਸਾਰੀਆਂ ਬੁਰਾਈਆਂ ਤੋਂ ਬਚਾਏ ਜਾਈਏ। ਔਰ ਉਹਨਾਂ ਨੇ ਇਹ ਵੀ ਕਿਹਾ ਸੀਗਾ ਕਿ ਮੇਰੇ ਵਸੀਲੇ ਤੋਂ ਬਿਨਾਂ ਕੋਈ ਸਵਰਗ ਰਾਜ ਨਹੀਂ ਜਾ ਸਕਦਾ। ਇਸ ਲਈ ਉਹ ਜ਼ਿੰਦਾ ਆ। ਹੁਣ ਆਪਾਂ ਨੂੰ ਵਿਸ਼ਵਾਸ ਕਰਨਾ ਚਾਹੀਦਾ ਕਿ ਉਹ ਹੁਣ ਜ਼ਿੰਦਾ ਆ ਔਰ ਉਹ ਇੱਕ ਰਾਸਤਾ ਹੈ ਆਪਣਾ ਇਹ ਉੱਪਰ ਸਵਰਗ ਰਾਜ ਵਿੱਚ ਪਿਤਾ ਪਰਮੇਸ਼ਰ ਕੋਲੇ ਜਾਣ ਦੇ ਲਈ। ਅਤੇ ਆਪਾਂ ਨੂੰ ਚਾਹੀਦਾ ਆ ਕਿ ਆਪਾਂ ਹੁਣ ਉਹ ਸਾਰੇ ਕੰਮ ਕਰੀਏ ਜਿਨ੍ਹਾਂ ਤੋਂ ਪਰਮੇਸ਼ਰ ਪ੍ਰਸੰਨ ਹੋਵੇ ਔਰ ਉਹ ਸਾਡੀਆਂ ਪ੍ਰਾਰਥਨਾਵਾਂ ਨੂੰ ਸੁਣੇ ਔਰ ਉਹਨਾਂ ਦਾ ਉੱਤਰ ਦੇਣ। ਅਤੇ ਆਪਾਂ ਨੂੰ ਇਹ ਵੀ ਚਾਹੀਦਾ ਕਿ ਜੇ ਮਸੀਹ ਸਾਡੇ ਲਈ ਜ਼ਿੰਦਾ ਹੋਇਆ ਨਾ, ਤਾਂ ਆਪਾਂ ਨੂੰ ਵੀ ਕੀ ਆ, ਉਹਨਾਂ ਨੂੰ ਆਪਣੇ ਹਿਰਦਿਆਂ ਦੇ ਅੰਦਰ ਵੀ ਜ਼ਿੰਦਾ ਰੱਖਣਾ ਪਊਗਾ। ਉਹਨਾਂ ਦੇ ਉਹਨਾਂ ਸਾਰੇ ਕੰਮਾਂ ਨੂੰ ਜ਼ਿੰਦਾ ਰੱਖਣਾ ਪਊਗਾ ਜਿਹੜੇ ਉਹਨਾਂ ਨੇ ਸਾਡੇ ਲਈ ਕੀਤੇ, ਤਾਂ ਕਿ ਆਪਾਂ ਮਸੀਹ ਦੇ ਵਿੱਚ ਜ਼ਿੰਦਾ ਰਹਿ ਸਕੀਏ। ਉਹਨਾਂ ਦੇ ਜ਼ਿੰਦਾ ਵਚਨ ਨੂੰ ਪੜ੍ਹਨਾ ਪਊਗਾ ਔਰ ਆਪਣੇ ਹਿਰਦਿਆਂ ਦੇ ਅੰਦਰ ਉਸ ਵਚਨ ਨੂੰ ਵੀ ਜ਼ਿੰਦਾ ਰੱਖਣਾ ਪਊਗਾ। ਸਮਟਾਈਮ ਆਪਾਂ ਪ੍ਰਾਰਥਨਾ ਕਰਦੇ ਹਾਂ ਪਰ ਆਪਣਾ ਖਿਆਲ ਕਿਤੇ ਹੋਰ ਹੁੰਦਾ। ਸਮਟਾਈਮ ਆਪਾਂ ਵਚਨ ਵੀ ਸੁਣ ਲੈਂਦੇ ਹਾਂ, ਪੜ੍ਹ ਲੈਂਦੇ ਹਾਂ, ਸੁਣ ਲੈਂਦੇ ਹਾਂ, ਪਰ ਉਸ ਵਚਨ ਦਾ ਅਸਲੀ ਅਰਥ ਆਪਾਂ ਸਮਝ ਨਹੀਂ ਪਾਉਂਦੇ। ਕਿਸੇ ਵੇਲੇ ਆਪਾਂ ਵਚਨ ਦਾ ਅਰਥ ਵੀ ਸਮਝ ਲੈਂਦੇ ਹਾਂ, ਪਰ ਉਹਨੂੰ ਸਮਝ ਕੇ ਆਪਾਂ ਕੀ ਆ, ਇੱਕ ਨੌਲੇਜ ਦੇ ਤਰੀਕੇ ਨਾਲ ਉਹਨੂੰ ਆਪਣੇ ਦਿਮਾਗ 'ਚ ਰੱਖਦੇ ਹਾਂ, ਪਰ ਉਹਨੂੰ ਆਪਣੀ ਜ਼ਿੰਦਗੀ ਦੇ ਵਿੱਚ ਯੂਜ਼ ਨਹੀਂ ਕਰਦੇ। ਜਿੱਦਾਂ ਆਪਾਂ ਸਾਰੇ ਜਾਣਦੇ ਹਾਂ ਕਿ ਪਰਮੇਸ਼ਰ ਦਾ ਹੁਕਮ ਕੀ ਆ ਕਿ ਆਪਣੇ ਗਵਾਂਢੀ ਨੂੰ ਆਪਣੇ ਜਿਹਾ ਪਿਆਰ ਕਰੋ। ਆਪਾਂ ਨੂੰ ਪਤਾ ਵੀ ਹੈ ਪਰਮੇਸ਼ਰ ਦਾ ਵਚਨ ਕੀ ਕਹਿੰਦਾ ਆ। ਆਪਾਂ ਨੂੰ ਇਹ ਵੀ ਪਤਾ ਕਿ ਆਪਣਾ ਗਵਾਂਢੀ ਕੀ ਆ ਔਰ
ਔਰ ਆਪਾਂ ਉਹਨੂੰ ਪਿਆਰ ਕਰਨਾ, ਪਰ ਆਪਾਂ ਕਰ ਨਹੀਂ ਪਾਉਂਦੇ ਕਿਉਂਕਿ ਆਪਾਂ ਭੇਦਭਾਵ ਵਿੱਚ ਫਸੇ ਹੋਏ ਹਾਂ। ਆਪਾਂ ਨੂੰ ਇੱਕ ਦੂਜੇ ਨਾਲ ਉੱਪਰ ਹੋਣ ਦੇ ਇਹਨਾਂ ਵਸੀਲਿਆਂ ਵਿੱਚ ਫਸੇ ਹੋਏ ਹਾਂ ਕਿ ਅਸੀਂ ਕਿਸੇ ਨਾ ਕਿਸੇ ਵਸੀਲੇ ਨਾਲ ਉਹਦੇ ਨਾਲੋਂ ਵੀ ਉੱਪਰ ਹੋ ਜਾਈਏ, ਉਹਦੇ ਨਾਲੋਂ ਜ਼ਿਆਦਾ ਹਾਈ ਪੋਸਟ 'ਤੇ ਮੇਰੀ ਜੋਬ ਹੋਵੇ, ਅਤੇ ਆਪਾਂ ਕੀ ਇੱਕ ਦੂਜੇ ਨਾਲ ਕੰਪੀਟੀਸ਼ਨ 'ਚ ਫਸੇ ਹੋਏ ਹਾਂ। ਪਰ ਪਰਮੇਸ਼ਰ ਨੇ ਸਾਨੂੰ ਇੱਕ ਦੂਜੇ ਨਾਲ ਕੰਪੀਟੀਸ਼ਨ ਕਰਨ ਲਈ ਨਹੀਂ ਸੀ ਕਿਹਾ। ਉਹਨਾਂ ਨੇ ਕਿਹਾ ਸੀ ਕਿ ਮੇਰੀ ਨਿਗਾਹ ਵਿੱਚ ਸਾਰੇ ਬਰਾਬਰ ਆ, ਚਾਹੇ ਉਹ ਭਿਖਾਰੀ ਆ, ਚਾਹੇ ਉਹ ਕੋਹੜੀ ਆ, ਚਾਹੇ ਉਹ ਅਧਰੰਗੀ ਆ, ਚਾਹੇ ਉਹ ਇੱਕ ਹੈਲਦੀ ਇਨਸਾਨ ਆ, ਚਾਹੇ ਕੋਈ ਰਿਚ ਪਰਸਨ ਆ। ਇਸ ਲਈ ਆਪਾਂ ਨੂੰ ਕੀ ਚਾਹੀਦਾ ਆ ਕਿ ਅਗਰ ਪਰਮੇਸ਼ਰ ਦੀ ਨਿਗਾਹ ਵਿੱਚ ਆਪਾਂ ਇਕੁਅਲ ਹਾਂ ਅਤੇ ਆਪਾਂ ਤਾਂ ਫਿਰ ਇਸ ਧਰਤੀ 'ਤੇ ਹਾਂ ਜਿਹੜਾ ਸਵਰਗ ਵਿੱਚ ਆ। ਜੇ ਉਹਨੇ ਧਰਤੀ ਵਾਲਿਆਂ ਨੂੰ ਬਰਾਬਰਤਾ ਦਿੱਤੀ ਆ ਅਤੇ ਆਪਾਂ ਤਾਂ ਫਿਰ ਧਰਤੀ 'ਤੇ ਆਪਾਂ ਨੂੰ ਚਾਹੀਦਾ ਕਿ ਆਪਾਂ ਵੀ ਸਾਰੇ ਮਿਲ ਜੁਲ ਕੇ ਰਹੀਏ ਔਰ ਪਰਮੇਸ਼ਰ ਦੇ ਵਚਨ ਨੂੰ ਔਰ ਪਰਮੇਸ਼ਰ ਦੇ ਉਹਨਾਂ ਸਾਰੀਆਂ ਕੁਰਬਾਨੀਆਂ ਨੂੰ ਆਪਣੇ ਅੰਦਰ ਜ਼ਿੰਦਾ ਰੱਖੀਏ। ਅਤੇ ਆਓ ਆਪਾਂ ਅੱਜ ਦੇ ਪਾਕ ਵਚਨ ਨੂੰ, ਅੱਜ ਦੇ ਸੰਦੇਸ਼ ਨੂੰ ਆਪਣੇ ਹਿਰਦਿਆਂ ਦੇ ਅੰਦਰ ਰੱਖਦੇ ਹੋਏ ਪਰਮੇਸ਼ਰ ਦੀ ਹਜ਼ੂਰੀ ਵਿੱਚ ਪ੍ਰਾਰਥਨਾ ਕਰਾਂਗੇ। ਅਸੀਂ ਆਪਣੀਆਂ ਅੱਖਾਂ ਨੂੰ ਬੰਦ ਕਰਦੇ ਹੋਏ ਹੱਥਾਂ ਨੂੰ ਸਵਰਗਾਂ ਵੱਲ ਉਠਾਵਾਂਗੇ ਔਰ ਪਰਮੇਸ਼ਰ ਦੇ ਦਾਸ ਸਾਡੇ ਲਈ ਪ੍ਰਾਰਥਨਾ ਕਰਨਗੇ। ਹਾਲੇਲੂਇਆ 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 ਹਾਲੇਲੂਇਆ। ਪਿਤਾ ਜੀ ਤੁਹਾਡਾ ਧੰਨਵਾਦ 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 ਧੰਨਵਾਦ। ਹਾਲੇਲੂਇਆ। ਸਰਵ ਸ਼ਕਤੀਮਾਨ ਜਿਉਂਦੇ ਪਿਤਾ ਪਰਮੇਸ਼ਰ ਤੁਹਾਡਾ ਧੰਨਵਾਦ ਕਰਦੇ ਹਾਂ। ਪਿਤਾ ਜੀ ਤੂੰ ਸੱਚਾ ਤੇ ਜਿਉਂਦਾ ਪਰਮੇਸ਼ਰ ਆ ਪ੍ਰਭੂ ਯਿਸੂ ਰਾਜਾ। ਅਸੀਂ ਅੱਜ ਦੀ ਸਵੇਰ ਪਿਤਾ ਪਰਮੇਸ਼ਰ ਤੁਹਾਨੂੰ ਆਪਣੇ ਦਿਲਾਂ ਦੇ ਵਿੱਚ ਵੈਲਕਮ ਕਰਦੇ ਹਾਂ। ਪਿਤਾ ਪਰਮੇਸ਼ਰ ਤੂੰ ਮਹਾਨ ਪਰਮੇਸ਼ਰ ਆ ਪਿਤਾ। ਤੂੰ ਸਾਡੇ ਪਾਪੀਆਂ ਦੀ ਖਾਤਰ ਪਿਤਾ ਪਰਮੇਸ਼ਰ ਕਰੂਸ ਦੇ ਉੱਤੇ ਚੜ੍ਹ ਕੇ ਪਿਤਾ ਪਰਮੇਸ਼ਰ ਆਪਣਾ ਪਵਿੱਤਰ ਲਹੂ ਕਰੂਸ ਦੇ ਉੱਤੇ ਵਹਾ ਦਿੱਤਾ। ਪਿਤਾ ਪਰਮੇਸ਼ਰ ਆਪਣੇ ਹੱਥਾਂ ਦੇ ਪੈਰਾਂ ਦੇ ਵਿੱਚ ਕਿੱਲ ਖਾਦੇ। ਪਿਤਾ ਪਰਮੇਸ਼ਰ ਆਪਣੇ ਸਿਰ ਦੇ ਉੱਤੇ ਕੰਡਿਆਂ ਦਾ ਤਾਜ ਪਾਇਆ। ਪਿਤਾ ਪਰਮੇਸ਼ਰ ਔਰ 39 ਕੋੜੇ ਆਪਣੀ ਕਮਰ ਦੇ ਉੱਤੇ ਖਾਦੇ। ਪਿਤਾ ਪਰਮੇਸ਼ਰ ਉਹਨਾਂ ਕੋੜਿਆਂ ਦੇ ਦੁਆਰਾ ਪਿਤਾ ਅਸੀਂ ਸ਼ੁੱਧ ਕੀਤੇ ਗਏ, ਨਰੋਏ ਕੀਤੇ ਗਏ। ਪਿਤਾ ਪਰਮੇਸ਼ਰ ਤੁਸੀਂ ਮਹਾਨ ਹੋ। ਪਿਤਾ ਪਰਮੇਸ਼ਰ ਤੁਸੀਂ ਤੀਸਰੇ ਦਿਨ ਪਿਤਾ ਪਰਮੇਸ਼ਰ ਮੂਰਤੀਆਂ ਦੇ ਵਿੱਚ ਜਿੰਦਾ ਹੋਏ। ਪਿਤਾ ਪਰਮੇਸ਼ਰ ਪਿਤਾ ਪਰਮੇਸ਼ਰ ਤੁਸੀਂ ਉਹਨਾਂ ਰੂਹਾਂ ਨੂੰ ਪਿਤਾ ਪਰਮੇਸ਼ਰ ਜੋ ਤੁਹਾਡੇ ਆਉਣ ਤੋਂ ਪਹਿਲਾਂ ਦੀਆਂ ਸੁੱਤੀਆਂ ਹੋਈਆਂ ਸੀ ਪਿਤਾ ਉਹਨਾਂ ਵਿੱਚ ਪਰਮੇਸ਼ਰ ਦੇ ਨਾਂ ਦੀ ਮਨਾਦੀ ਕੀਤੀ। ਪਿਤਾ ਉਹਨਾਂ ਨੂੰ ਦੱਸਿਆ ਪਿਤਾ ਉਹਨਾਂ ਨੂੰ ਪਰਮੇਸ਼ਰ ਦਾ ਸੰਦੇਸ਼ ਪਹੁੰਚਾਇਆ। ਪਿਤਾ ਪਰਮੇਸ਼ਰ ਔਰ ਪਤਾਲ ਦੇ ਵਿੱਚ ਪਿਤਾ ਰੂਹਾਂ ਤੁਹਾਨੂੰ ਦੇਖ ਕੇ ਹਿੱਲ ਗਿਆ। ਪਿਤਾ ਪਰਮੇਸ਼ਰ ਪਤਾਲ ਤੁਹਾਨੂੰ ਵੇਖ ਕੇ ਹਿੱਲ ਗਿਆ। ਪਿਤਾ ਪਰਮੇਸ਼ਰ ਔਰ ਬਹੁਤ ਰੂਹਾਂ ਨੇ ਪਿਤਾ ਤੁਹਾਡੇ ਤੇ ਆਪਣੀ ਆਵਾਜ਼ ਨੂੰ ਲੈ ਕੇ ਆਂਦਾ ਪਿਤਾ। ਔਰ ਉਹਨਾਂ ਨੇ ਤੁਹਾਨੂੰ ਕਿਹਾ ਕਿ ਤੁਸੀਂ ਸੰਸਾਰ ਦੇ ਵਿੱਚ ਚਮਤਕਾਰ ਕੀਤੇ ਆ ਔਰ ਤੁਹਾਡੇ ਸਾਡੇ ਵਿੱਚ ਕੀ ਚਮਤਕਾਰ ਕਰੋਗੇ। ਪਿਤਾ ਤੁਸੀਂ ਉਹਨਾਂ ਵਿੱਚ ਚਮਤਕਾਰ ਕੀਤਾ। ਉਹਨਾਂ ਨੂੰ ਦੱਸਿਆ ਕਿ ਮੈਂ ਤੁਹਾਡੇ ਵਿੱਚ ਨਹੀਂ ਰਹਾਂਗਾ ਬਲਕਿ ਮੈਂ ਤਿੰਨਾਂ ਦਿਨਾਂ ਬਾਅਦ ਇਸ ਸੰਸਾਰ ਦੇ ਵਿੱਚ ਦੁਬਾਰਾ ਫਿਰ ਵਾਪਸ ਚਲਾ ਜਾਵਾਂਗਾ। ਪਿਤਾ ਪਰਮੇਸ਼ਰ ਤੁਸੀਂ ਉਸ ਸੰਸਾਰ ਦੇ ਵਿੱਚ ਵਾਪਸ ਆ ਰਹੇ ਹੋ। ਪਿਤਾ ਪਰਮੇਸ਼ਰ ਅੱਜ ਦੇ ਦਿਨ ਪਿਤਾ ਪਰਮੇਸ਼ਰ ਤੁਸੀਂ ਸਾਡੇ ਪਾਪ ਨੂੰ ਅਪਰਾਧਾਂ ਨੂੰ ਖਤਮ ਕਰਕੇ ਪਿਤਾ ਪਰਮੇਸ਼ਰ ਸਾਨੂੰ ਇੱਕ ਸੱਚੇ ਤੇ ਸੱਚੇ ਇਨਸਾਨ ਬਣ ਕੇ ਆਪਣਾ ਜੀਵਨ ਬਤੀਤ ਕਰਨ ਦਾ ਇਨਸਾਫ ਦਿੱਤਾ। ਪਿਤਾ ਪਰਮੇਸ਼ਰ ਤੁਸੀਂ ਮਹਾਨ ਹੋ। ਪਿਤਾ ਪਰਮੇਸ਼ਰ ਸ਼ੈਤਾਨ ਨੇ ਸਾਡੀਆਂ ਜ਼ਿੰਦਗੀਆਂ ਤੇ ਰਾਜ ਕੀਤਾ ਸੀ। ਪਿਤਾ ਪਰਮੇਸ਼ਰ ਤੁਸੀਂ ਉਸ ਰਾਜ ਨੂੰ ਖਤਮ ਕੀਤਾ। ਪਿਤਾ ਤੁਹਾਡਾ ਧੰਨਵਾਦ ਹੋਵੇ, ਤੁਹਾਡੀ ਮਹਿਮਾ ਹੋਵੇ, ਤੁਹਾਡੇ ਨਾਂ ਦੀ ਜੈ ਜੈਕਾਰ ਹੋਵੇ। ਪਿਤਾ ਪਰਮੇਸ਼ਰ ਔਰ ਪਿਤਾ ਤੁਸੀਂ ਆਪਣੇ ਬਾਪ ਦੇ ਨਾਲ ਸਾਨੂੰ ਮਿਲਾਉਣ ਵਾਸਤੇ ਪਿਤਾ ਪਰਮੇਸ਼ਰ ਤੁਸੀਂ ਇੰਤਜ਼ਾਮ ਕੀਤਾ। ਮੇਰੇ ਯਹੋਵਾ ਤੁਹਾਡਾ ਧੰਨਵਾਦ ਹੋਵੇ, ਤੁਹਾਡੇ ਨਾਮ ਦੀ ਮਹਿਮਾ ਹੋਵੇ। ਪਿਤਾ ਅੱਜ ਜਿੰਨੇ ਵੀ ਤੁਹਾਡੇ ਬੱਚੇ ਪਿਤਾ ਪਰਮੇਸ਼ਰ ਤੁਹਾਡੇ ਨਾਮ ਦੀ ਮਹਿਮਾ ਕਰ ਰਹੇ, ਤੁਹਾਡੇ ਨਾਂ ਦੀ ਜੈ ਜੈਕਾਰ ਕਰ ਰਹੇ, ਤੁਹਾਡੇ ਨਾਂ ਦੀ ਉਪਾਸਨਾ ਕਰ ਰਹੇ ਪਿਤਾ ਪਰਮੇਸ਼ਰ ਸਭ ਦੇ ਸਭ ਪਿਤਾ ਤੁਹਾਡੇ ਸਾਮਰਥ ਨਾਲ ਬਦਲ ਜਾਣ। ਪਿਤਾ ਪਰਮੇਸ਼ਰ ਇੱਕ ਇੱਕ ਦੇ ਦਿਲਾਂ ਦੀਆਂ ਅੱਖਾਂ ਨੂੰ ਖੋਲ ਦਿਓ। ਪਿਤਾ ਪਰਮੇਸ਼ਰ ਹਰ ਇੱਕ ਇਨਸਾਨ ਪਿਤਾ ਪਰਮੇਸ਼ਰ ਆਪਣੇ ਦਿਲ ਦੇ ਦੁਆਰਾ ਤੁਹਾਨੂੰ ਅਪਣਾ ਲਵੇ। ਪਿਤਾ ਪਰਮੇਸ਼ਰ ਆਪਣੇ ਦਿਲ ਦੇ ਵਿੱਚ ਰੱਖ ਲਵੇ। ਪਿਤਾ ਪਰਮੇਸ਼ਰ ਔਰ ਹਰ ਇੱਕ ਦੇ ਦਿਲਾਂ ਵਿੱਚ ਪਿਤਾ ਤੁਹਾਡਾ ਇੱਕ ਨਵਾਂ ਜੀਵਨ ਨਵਾਂ ਜਨਮ ਹੋਵੇ। ਪਿਤਾ ਪਰਮੇਸ਼ਰ ਔਰ ਤੁਹਾਡਾ ਜੀਵਨ ਪਿਤਾ ਪਰਮੇਸ਼ਰ ਸਾਡੀਆਂ ਜ਼ਿੰਦਗੀਆਂ ਦੇ ਵਿੱਚ ਬਹੁਤ ਜ਼ਿਆਦਾ ਪ੍ਰਤੀਫਲ ਲੈ ਕੇ ਆਵੇ। ਪਿਤਾ ਪਰਮੇਸ਼ਰ ਅਸੀਂ ਤੁਹਾਡੇ ਸੰਸਾਰ ਦੇ ਵਿੱਚ ਆਉਣ ਦੇ ਦੁਆਰਾ ਪਿਤਾ ਪਰਮੇਸ਼ਰ ਆਪਣੀਆਂ ਜ਼ਿੰਦਗੀਆਂ ਡੈਵਲ ਦੀਆਂ ਸ਼ਕਤੀਆਂ ਤੋਂ ਬਚਾ ਕੇ ਪਿਤਾ ਪਰਮੇਸ਼ਰ ਆਪਣੇ ਜੀਵਨ ਨੂੰ ਤੁਹਾਡੇ ਰਾਹ ਦੇ ਉੱਤੇ ਚੱਲਣ ਵਾਲੇ ਬਣਾ ਲਈਏ। ਪਿਤਾ ਪਰਮੇਸ਼ਰ ਤੁਸੀਂ ਹਰ ਘੜੀ ਹਰ ਪਲ ਤੇ ਹਰ ਸਮੇਂ ਪਿਤਾ ਆਪਣੇ ਬੱਚਿਆਂ ਦੀ ਰੱਖਿਆ ਕਰਨਾ, ਮਦਦ ਕਰਨਾ, ਸਹਾਇਤਾ ਕਰਨਾ। ਪਿਤਾ ਅੱਜ ਬਹੁਤ ਸਾਰੇ ਲੋਕ ਪਿਤਾ ਪਰਮੇਸ਼ਰ ਤੁਹਾਡੇ ਵਚਨਾਂ ਨੂੰ ਸੁਣੇ। ਪਿਤਾ ਸਭ ਦੇ ਸਭ ਤੁਹਾਡੇ ਸਾਮਰਥ ਨਾਲ ਚ ਬਲੈਸ ਹੋ ਜਾਣ। ਪਿਤਾ ਪਰਮੇਸ਼ਰ ਹਰ ਇੱਕ ਦੀ ਬਿਮਾਰੀ, ਹਰ ਇੱਕ ਦੀ ਉਲਝਣਾਂ, ਪਰੇਸ਼ਾਨੀਆਂ, ਸਮੱਸਿਆਵਾਂ ਪਿਤਾ ਜੀ ਤੁਹਾਡੇ ਜਿੰਦਾ ਨਾਂ ਦੇ ਵਿੱਚ ਹਮੇਸ਼ਾ ਲਈ ਦਫਨ ਹੋ ਜਾਣ। ਪਿਤਾ ਇੱਕ ਇੱਕ ਦੇ ਰਹਿਮ ਕਰੋ, ਦਇਆ ਕਰੋ। ਪਿਤਾ ਤੁਸੀਂ ਮਹਾਨ ਪਰਮੇਸ਼ਰ ਹੋ, ਤੁਸੀਂ ਸੋਹਣਾ ਪਰਮੇਸ਼ਰ ਆ ਪ੍ਰਭੂ ਯਿਸੂ ਰਾਜਾ।
ਹਰ ਪ੍ਰਕਾਰ ਦੀਆਂ ਡੈਵਲ ਦੀਆਂ ਗੰਦੀਆਂ ਸ਼ਕਤੀਆਂ, ਗੰਦੀਆਂ ਪਾਵਰਾਂ ਪਿਤਾ ਜਿਨ੍ਹਾਂ ਬੋਡੀਆਂ ਦੇ ਵਿੱਚ ਆਪਣਾ ਕਰਿਆ ਕਰਦੀਆਂ, ਤੁਹਾਡੇ ਸਾਮਰਥੀ ਨਾਲ ਖਤਮ ਹੋ ਜਾਣ ਪਿਤਾ। ਤੁਹਾਡੇ ਦਾਸ ਦਾ ਪ੍ਰਾਰਥਨਾ ਕਰਨਾ ਆਸ਼ੀਸ਼ ਤੇ ਬਰਕਤ ਦਾ ਕਾਰਨ ਬਣੇ। ਤੁਹਾਡਾ ਸਾਮਰਥੀ ਨਾਲ ਲੈ ਕੇ ਮੰਗਦਾ, ਆਮੀਨ। ਆਮੀਨ। ਪਰਮੇਸ਼ਰ ਦੀ ਸ਼ਾਂਤੀ ਉਹਨਾਂ ਦੇ ਚਾਹੁਣ ਵਾਲਿਆਂ ਦੇ ਨਾਲ ਹੁਣ ਤੋਂ ਲੈ ਕੇ ਹਮੇਸ਼ਾ ਹਮੇਸ਼ਾ ਤੀਕਰ ਬਣੀ ਰਹੇ। ਆਮੀਨ। ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਜੈ ਮਸੀਹ ਦੀ।